Good morning, students. In this lecture, we discuss moving average method of time series analysis. Moving average method is studied in two different situations. First is odd period moving average, and second is even period. First, we discuss odd period moving average. Example are odd period uh, from the following data. Calculate trend value using 3 yearly moving average. Years given are 1981, 1982, 1983, 1984, 1985, 1986 and 1987. Production 412, 438, 446, 454, 470, 483 and 490. ਹੁਣ ਪਹਿਲਾਂ ਅਸੀਂ ਕੀ ਕਰਨਾ ਕਿ ਉਹਨਾਂ ਨੇ ਬੋਲਿਆ 3 years मूविंग एवरेज करना। ਪਹਿਲਾਂ ਅਸੀਂ ਕੱਢਾਂਗੇ 3 yearly मूविंग टोटल। दैट मीनस कि ਅਸੀਂ 3 years ਦੇ ਪ੍ਰੋਡਕਸ਼ਨ ਨੂੰ ਟੋਟਲ ਕਰਾਂਗੇ। ਪਹਿਲਾਂ ਉਹ ਕੀ ਆਏਗਾ 412 प्लस 438 प्लस 446 इज इक्वल टू 1296। ਹੁਣ ਅਸੀਂ ਫਸਟ ਵਾਲੇ ਈਅਰਸ ਦੇ ਪ੍ਰੋਡਕਸ਼ਨ ਨੂੰ ਐਲੀਮੀਨੇਟ ਕਰਾਂਗੇ, ਉਸ ਨੂੰ ਛੱਡ ਕੇ ਨੈਕਸਟ ਇੱਕ ਨੂੰ ਐਡ ਕਰਾਂਗੇ। ਦੈਟ ਇਜ਼ 438 446 ਤੇ 454 ਨੂੰ ਪਲੱਸ ਕਰਾਂਗੇ। ਇਹ ਕੀ ਆਏਗਾ 438 प्लस 446 प्लस 454 is equal to 1338। नेक्स्ट ਹੁਣ ਅਸੀਂ ਕੀ ਕਰਾਂਗੇ, ਇਸ ਨੂੰ ਸਕਿਪ ਕਰਾਂਗੇ ਤੇ ਨੈਕਸਟ ਨੂੰ ਐਡ ਡਾਊਨ ਕਰਾਂਗੇ। ਇਹ ਕੀ ਆਏਗਾ 446 प्लस 454 प्लस 470 1370। अगेन उस तो प्रीवियस वाली ਨੂੰ ਇਸ ਨੂੰ ਸਕਿਪ ਕਰਾਂਗੇ ਤੇ ਨੈਕਸਟ ਨੂੰ ਐਡ ਡਾਊਨ ਕਰਾਂਗੇ। 454 प्लस 470 प्लस 483 इज इक्वल टू 1407। इस विच की करांगे 54 ਨੂੰ ਐਲੀਮੀਨੇਟ 470 483 एंड 490 ਨੂੰ प्लस 470 प्लस 483 प्लस 490 इज इक्वल टू 1443। प्रीवियस वाली ਨੂੰ ਅਸੀਂ ਇਸ ਨੂੰ ਛੱਡਣਾ, ਇਸ ਨੂੰ ਤੇ ਇਸ ਨੂੰ ਐਡ ਕਰਨਾ ਹੈ ਕਿ ਸਿਰਫ ਦੋ ਰਹਿ ਗਈਆਂ ਈਅਰਸ ਦਾ ਪ੍ਰੋਡਕਸ਼ਨ। ਥਰਡ ਸਾਡੇ ਕੋਲ ਅਵੇਲੇਬਲ ਨਹੀਂ ਹੈਗਾ, ਇਸ ਲਈ ਇਸ ਨੂੰ ਕੀ ਕਰਾਂਗੇ ਅਸੀਂ ਐਜ਼ ਇਟ ਇਜ਼ ਹੀ ਰਹਿੰਦੇ, ਇਸ ਨੂੰ ਟੋਟਲ ਨਹੀਂ ਲਵਾਂਗੇ ਇਹਨਾਂ ਨੂੰ। ਨੈਕਸਟ ਇਜ਼ 3 year मूविंग एवरेज ट्रेंड वैल्यू।
ਨੂੰ ਹਰ ਇੱਕ ਵੈਲਿਊ ਨੂੰ ਅਸੀਂ 3 ਦੇ ਨਾਲ ਡਿਵਾਈਡ ਕਰਾਂਗੇ ਕਿ 432 446 457 469 481 ਠੀਕ ਹੈ। 3 ਈਅਰਸ ਮੂਵਿੰਗ ਐਵਰੇਜ ਸੀ। ਦੈਟ ਮੀਨਸ ਕਿ ਅਸੀਂ 3 ਈਅਰਸ ਦੇ ਪ੍ਰੋਡਕਸ਼ਨ ਨੂੰ ਕੈਲਕੂਲੇਟ ਕਰੀ ਜਾਣਾ। ਪਹਿਲਾਂ ਫਸਟ 3 ਨੂੰ ਕੈਲਕੂਲੇਟ ਕੀਤਾ, ਠੀਕ ਹੈ। ਉਸ ਤੋਂ ਬਾਅਦ ਇੱਕ ਨੂੰ ਛੱਡਤਾ, ਨੈਕਸਟ ਨੂੰ ਐਡ ਡਾਊਨ ਕਰ ਲਿਆ, ਫਿਰ ਉਸ ਤੋਂ ਅਗੇਨ ਇਸ ਨੂੰ ਛੱਡਤਾ, ਨੈਕਸਟ ਨੂੰ ਐਡ ਡਾਊਨ ਕਰ ਲਿਆ, ਇਸ ਨੂੰ ਸਕਿਪ ਕੀਤਾ, ਉਸ ਤੋਂ ਨੈਕਸਟ ਐਡ ਡਾਊਨ ਕੀਤਾ, ਇਸ ਨੂੰ ਸਕਿਪ ਕੀਤਾ, ਨੈਕਸਟ ਐਡ ਡਾਊਨ ਕੀਤਾ। ਉਸ ਤੋਂ ਬਾਅਦ ਸਿਰਫ 2 ਬਚੇ ਕਿਉਂਕਿ 3 ਈਅਰ ਦਾ ਕਰ ਲਿਆ, ਇਸ ਲਈ ਲਾਸਟ ਵਾਲੀ ਨੂੰ ਅਸੀਂ ਐਜ਼ ਇਟ ਇਜ਼ ਖਾਲੀ ਛੱਡ ਦਾਂਗੇ, ਠੀਕ ਹੈ। ਕਿਉਂਕਿ ਇਹ ਓਡ ਪੀਰੀਅਡ ਵਾਲਾ ਟਾਈਮ ਸੀਰੀਜ਼, ਕਿਉਂਕਿ ਈਅਰਸ ਕਿੰਨੇ ਸੀ, ਓਡ ਪੀਰੀਅਡ ਵਾਲੇ ਸੀ, ਠੀਕ ਹੈ। 1 2 3 4 5 6 7 ਸੀ। ਇਸ ਲਈ ਜਦੋਂ ਅਸੀਂ ਫਸਟ 3 ਈਅਰਸ ਮੂਵਿੰਗ ਐਵਰੇਜ ਕਰ ਰਹੇ ਸੀ, 3 ਈਅਰਸ ਲਿਆ, ਅਸੀਂ ਜਿਹੜੀ ਵੈਲਿਊ ਲਿਖੀ ਨਾ ਉਹਨਾਂ ਨੂੰ ਕੈਲਕੂਲੇਟ ਕਰਕੇ ਉਹ ਮਿਡ ਈਅਰ ਵਿੱਚ ਲਿਖਤੀ 182 ਦੇ ਵਿੱਚ। ਇਸ ਲਈ ਐਜ਼ ਇਟ ਇਜ਼ ਇਹ ਉੱਪਰ ਵਾਲਾ ਕੀ ਰਿਹਾ, ਵੇਕੈਂਟ ਰੱਖਣਾ, ਇਸ ਨੂੰ ਖਾਲੀ ਐਜ਼ ਇਟ ਇਜ਼, ਠੀਕ ਹੈ। ਉਸ ਤੋਂ ਬਾਅਦ ਨੈਕਸਟ 3 ਵਾਲਿਆਂ ਨੂੰ ਐਡ ਡਾਊਨ ਕਰਨਾ। ਨੈਕਸਟ ਅਸੀਂ ਕਰਾਂਗੇ 5 years moving average। सीरीज गिवन है, ठीक है। ये 21 6 0 20 28 7 8 16 5 4 11 17 8 14 21 15 12 37 29 36 35 17 26 and 12। इसका एक सी बनाना 5 years मूविंग एवरेज। पहला की कमांगे असी फाइंड आउट करांगे टोटल ऑफ 5 years। दैट मीनस 21 6 0 20 ਤੇ 28 ਇਹਨਾਂ ਨੂੰ ਟੋਟਲ ਕਰਾਂਗੇ ਤੇ ਇਹਨਾਂ ਟੋਟਲ ਕਰਕੇ ਜਿਹੜੀ ਵੈਲਿਊ ਆਏਗੀ ਉਹ ਕੀ ਆਏਗੀ, ਜਿਹੜੀ ਮਿਡ ਵਾਲੀ ਵੈਲਿਊ ਦੇ ਸਾਹਮਣੇ, ਦੈਟ ਇਜ਼ ਇੱਥੇ, ਉਹ ਕੀ ਆਏਗੀ 75, ਠੀਕ ਹੈ। ਉੱਪਰ ਵਾਲੀਆਂ ਐਜ਼ ਇਟ ਇਜ਼ ਖਾਲੀ ਰਹਿਣਗੀਆਂ। ਵੈਲਿਊ ਕੀ ਹੈ ਇਸ ਜਗ੍ਹਾ ਤੇ 75। ਹੁਣ ਅਸੀਂ 21 ਨੂੰ ਕੀ ਕਰਾਂਗੇ, ਸਕਿਪ 6 0 20 28 ਤੇ 7 ਨੂੰ ਪਲੱਸ ਕਰਕੇ ਆਏਗੀ ਵੈਲਿਊ 61। ਨੈਕਸਟ ਅਸੀਂ ਕੀ ਕਰਾਂਗੇ, ਹੁਣ ਅਸੀਂ 6 ਨੂੰ ਛੱਡਾਂਗੇ, 0 20 28 7 ਤੇ 8 ਨੂੰ ਪਲੱਸ ਕਰਾਂਗੇ, ਉਸ ਦੀ ਵੈਲਿਊ ਕੀ ਆਏਗੀ 63। ਹੁਣ ਹਰ ਟਾਈਮ ਇੱਕ ਵੈਲਿਊ ਨੂੰ ਸਕਿਪ ਕਰਦੇ ਜਾਣਾ ਤੇ ਨੈਕਸਟ ਵਾਲੀ ਨੂੰ ਐਡ ਡਾਊਨ ਕਰਦੇ ਜਾਣਾ। ਸਿਰਫ ਇਨੀਸ਼ੀਅਲੀ ਸਟਾਰਟਿੰਗ ਦੇ ਵਿੱਚ ਤੁਸੀਂ ਦੇਖਣਾ, ਕਿਉਂਕਿ ਇਹ ਓਡ ਸੀਰੀਜ਼ ਆ, ਈਜ਼ੀਲੀ ਵਿੱਚ ਹੋ ਜਾਏਗਾ। ਜਦੋਂ 5 ਨੂੰ ਅਸੀਂ ਪਲੱਸ ਕੀਤਾ, 5 ਦੇ ਮਿਡ ਵਿੱਚ ਕਿਹੜੀ ਆਉਂਦੀ, ਥਰਡ ਆਈਟਮਸ, ਥਰਡ ਦੇ ਇਕੁਅਲੀ ਅਸੀਂ ਲਿਖ ਜਾਣਾ 75, ਠੀਕ ਆ। ਉਸ ਤੋਂ ਬਾਅਦ ਇੱਕ ਨੂੰ ਸਕਿਪ ਕਰਦੇ ਜਾਣਾ, ਨੈਕਸਟ ਨੂੰ ਐਡ ਡਾਊਨ ਕਰਦੇ ਜਾਣਾ। ਐਂਡ ਨੈਕਸਟ ਕੀ ਆਏਗਾ 20 28 7 ਤੇ 8 ਐਂਡ 16 ਨੂੰ ਪਲੱਸ ਕੀਤਾ, ਆਂਸਰ ਇਜ਼ 79। ਨਾउ 20 ਨੂੰ ਛੱਡਿਆ, 28 7 8 16 ਐਂਡ 5, ਇਸ ਦੀ ਵੈਲਿਊ ਆਈ 54। 7 ਨੂੰ ਸਕਿਪ ਕੀਤਾ, 28 ਨੂੰ ਸਕਿਪ ਕੀਤਾ, ਹੁਣ 7 8 16 5 ਐਂਡ 4 ਦੀ ਵੈਲਿਊ ਆਏਗੀ 31। ਇसी ਤਰ੍ਹਾਂ ਇੱਕ ਵੈਲਿਊ ਨੂੰ ਛੱਡ ਦੇ ਜਾਣਾ, ਨੈਕਸਟ ਵੈਲਿਊ ਨੂੰ ਐਡ ਡਾਊਨ ਕਰਦੇ ਜਾਣਾ। एट ਨੂੰ ਛੱਡਿਆ, 16 5 4 11
सॉरी इत्थे वैल्यूज़ आनियाँ सॉरी 28 7 8 16 ते 5 नूं प्लस करके 64 आएगा एंड 7 8 16 5 एंड 4 नूं प्लस करके 40 एंड 8 16 5 4 एंड 11 नूं प्लस करके आएगा 44 8 नूं हुण स्किप करांगे 16 5 4 11 एंड 17 इनू प्लस करके आएगा 53 हम 16 स्किप करेंगे नेक्स्ट वाली नू ऐड डाउन क्योंकि 5 5 से करना 1 2 3 4 5 दैट मीनस 5 4 11 17 ते 8 नू प्लस करके आएगा 45 हम 5 नू एलिमिनेट करांगे 4 11 17 8 14 ਇਹਦਾ टोटल क्या आएगा 54 जिस ਜਿਹੜੀ ਸੇ वैल्यू लिख रहे हैं दैट मीनस उस तो उपर वाली दो वैल्यूज़ होणगियां एंड उस तो नीचे वाली दो वैल्यूज़ हुण इसके सामने सी वैल्यू फाइंड आउट करनी है दैट मीनस इस तो उपर वाली दो वैल्यूज़ ते नीचे वाली वैल्यू ऐड डाउन हो गया अगर कोई कन्फ्यूजन होएगी तो दैट मीनस हुण की होएगी 11 17 8 14 ते 21 नू प्लस करांगे वैल्यू आएगी 71 11 नू एलिमिनेट किया 17 8 14 21 ते 15 वैल्यू है साढ़े को 75 नैक्सट 17 नू एलिमिनेट किया 8 14 21 15 एंड 12 नू कैलकुलेट करके उन्होंने समेशन कहना है 70 नैक्सट 8 नू छड्डिया 14 प्लस 21 प्लस 15 प्लस 12 प्लस 37 दैट इज़ 99 नैक्सट 14 नू छड्डिया हूँ 21 15 12 37 ते 29 ये वैल्यू आई 114 21 नू छड्डिया 15 12 37 29 एंड 36 क्योंकि 5 5 वैल्यूज़ में ही सी उन्होंने टोटल करना है नैक्सट ये वैल्यू आई 129 हम एक वैल्यू ने छड्डिया एक नैक्सट वाली नू ऐड डाउन किया 12 37 29 36 एंड 35 सॉरी 37 12 ने छड्डिया 37 29 36 35 एंड 17 सो 12 37 29 36 एंड 35 नू कैलकुलेट करांगे वैल्यू आएगी 149 हम 37 नू छड्डिया 29 सॉरी हम 12 नू छड्डिया 37 29 36 एंड 35 ये वैल्यू आएगी 154 नैक्सट 37 नू छड्डिया 29 36 35 17 एंड 26 143 now skip 29 36 35 17 26 and 12 126 36 नूं छड्डिया 35 17 26 12 ये कितनी सिर्फ 4 सीरीज़ ठीक है सिर्फ 4 वैल्यूज़ आ बट सानू कितनी चाहिए 5 इसलिए इनू की असीं करांगे एज इट इज़ रहता है ठीक है वैकेंट हुण असीं की करना फाइंड एवरेज ऑफ नैक्सट असीं फाइंड करांगे 5 ईयरली मूविंग एवरेज दैट मीनस हर एक वैल्यू नूं असीं 5 दे नाल डिवाइड करांगे क्योंकि 5 ईयर्स मूविंग एवरेज फाइंड आउट कर रहे हैं 1561 डिवाइडेड बाई 5 12.2 63 divided by 5 12.6 79 divided by 5 15.8 64 divided by 5 12.8 40 divided by 5 8 44 divided by 5
8.8 53 5 ने डिवाइड किया 6.62 45 5 9 54 divided by 5 10.8 71 divided by 5 12 14.2 75 divided by 5 15 70 divided by 5 is equal to 40 99 divided by 5 19.8 114 22.8 129 divided by 5 25.8 149 29.8 and next 154 divided by 5 30.8 next 143 divided by 5 28.6 126 divided by 5 is equal to 25.2 ठीक है सिंपल अगर 5 ईयर्स एवरेज आ फस्ट 5 ਨੂੰ ਐਡ ਡਾਊਨ ਕਰਨਾ 1 2 3 4 5 ਵੈਲਿਊਜ਼ ਨੂੰ ਠੀਕ ਹੈ ਇਹਨਾਂ ਦਾ ਟੋਟਲ ਕਿੰਨਾ ਸੀ 75 ਉਹ ਕਿੰਨਾ ਸੀ ਰੱਖਾਂਗੇ ਇਹਨਾਂ ਦੇ ਮਿਡ ਈਅਰ ਵਾਲੀ ਵੈਲਿਊਜ਼ ਦੇ ਵਿੱਚ ਠੀਕ ਹੈ ਦੈਟ ਇਜ਼ 0 0 ਦੇ ਸਾਹਮਣੇ ਵੈਲਿਊ ਲਿਖੀ 75 ਠੀਕ ਹੈ ਉਸ ਤੋਂ ਬਾਅਦ ਕੀ ਕਰਨਾ ਜਿਹੜੀ ਪਹਿਲੀ ਵੈਲਿਊ ਨੂੰ ਛੱਡ ਦੇਣਾ ਉਸ ਤੋਂ ਨੈਕਸਟ ਵਾਲੀਆਂ 5 ਨੂੰ ਐਡ ਡਾਊਨ ਕਰਨਾ 1 2 3 4 5 ਠੀਕ ਹੈ ਇਹਨਾਂ ਸਾਰਿਆਂ ਦਾ ਟੋਟਲ ਕਿਤੇ ਇਕੁਅਲ ਆਏਗਾ ਦੈਟ ਮੀਨਸ नेक्स्ट 61 हो जाएगा ठीक है 6 0 20 28 तो 7 का टोटल कितना 61 अगेन फिर एक वैल्यू छड्डांगे तो नैक्सट वाली ऐड डाउन कर लाँगे 0 20 28 7 एंड 8 उसका टोटल क्या है 63 इसी तरह 7 ईयर्स का करांगे उस विच की करना 7 वैल्यू ऐड डाउन करांगे 1 2 3 4 5 6 7 3 4 5 6 7 दैट मीनस इन्होंने सारिया वैल्यूज़ को असी ऐड डाउन करांगे तो जिन्नी उसकी वैल्यू आएगी उसको असी किस वैल्यू के सामने लिखांगे दैट इज़ 20 के सामने ठीक है मिड वाली वैल्यू के सामने क्योंकि ओड सीरीज़ आ ओड सीरीज़ के विच इसनों पॉसीबल है ठीक है 2 इक्वल पार्ट्स में डिवाइड करना इन्होंने सब के टोटल असी 20 के सामने लिखांगे तो उपर वाली वैल्यूज़ को एज इट ही छड्ड देंगे उस तो बाद 21 छड्डांगे तो नैक्सट 7 ऐड डाउन करांगे